ਟੀਵੀ ਪੰਜਾਬ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਇਸ ਵਕਤ ਕੋਵਿਡ-19 ਚੱਲ ਰਿਹਾ ਅਤੇ ਇਸ ਦੌਰਾਨ ਬਹੁਤ ਸਾਰੇ ਦੇਸ਼ਾਂ ਦੀ ਜਿਹੜੀ ਆਰਥਿਕਤਾ ਹੈ ਪ੍ਰਭਾਵਿਤ ਹੋਈ ਆ, ਆਮ ਲੋਕ ਵੀ ਪ੍ਰਭਾਵਿਤ ਹੋਏ ਆ। ਔਰ ਇਸੇ ਦੌਰਾਨ ਜਿਹੜਾ ਵਾ ਬੀਤੇ ਦਿਨ ਕੈਨੇਡਾ ਜਿਹੜਾ ਬਜਟ ਜਿਹੜਾ ਉਹ ਪੇਸ਼ ਕੀਤਾ ਗਿਆ। ਔਰ 2 ਸਾਲ ਬਾਅਦ ਜਿਹੜਾ ਇਹ ਬਜਟ ਆਇਆ, ਕਿਉਂਕਿ ਕੋਰੋਨਾ ਵਾਇਰਸ ਦੇ ਦੌਰਾਨ ਪਿਛਲੇ ਸਾਲ ਪੇਸ਼ ਨਹੀਂ ਹੋ ਸਕਿਆ ਸੀ। ਸੋ ਸਾਰੇ ਦੇਸ਼ ਦੀਆਂ ਉਮੀਦਾਂ ਸੀਗੀਆਂ ਉੱਤੇ। ਔਰ ਅਸੀਂ ਅੱਜ ਇਹਦੇ ਸੰਬੰਧੀ ਗੱਲਬਾਤ ਕਰਾਂਗੇ ਰਣਦੀਪ ਸਰਾਏ ਹੁਣੀ, ਜੋ ਕਿ ਮੈਂਬਰ ਪਾਰਲੀਮੈਂਟ ਨੇ ਸਰੀ ਸੈਂਟਰ ਤੋਂ। ਪੁੱਛਾਂਗੇ ਉਹਨਾਂ ਨੂੰ ਕਿ ਸਰਕਾਰ ਨੇ ਜਿਹੜੀ ਕਿਹੜੀ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ। ਸੋ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਟੀਵੀ ਪੰਜਾਬ ਤੇ। ਥੈਂਕ ਯੂ ਤੁਹਾਡੇ ਸਾਰੇ ਸਰੋਤਿਆਂ ਦਾ, ਤੁਹਾਡੇ ਮੈਨੇਜਮੈਂਟ ਦਾ। ਤੇ ਸਭ ਤੋਂ ਪਹਿਲਾਂ ਤਾਂ ਇਹੀ ਸੀ, ਕਿਉਂਕਿ ਜਿਸ ਤਰੀਕੇ ਨਾਲ ਮਾੜਾ ਸਮਾਂ ਨਿਕਲਿਆ, ਪਿੱਛੇ ਲੋਕ ਜਿਹੜੇ ਸੀ ਜੌਬਸ ਗਈਆਂ, ਬਹੁਤ ਕੁਛ ਹੋਇਆ। ਸੋ ਕਿਸ ਚੀਜ਼ ਤੇ ਫੋਕਸ ਰੱਖਿਆ ਸਭ ਤੋਂ ਜ਼ਿਆਦਾ ਕਿ ਕਿਸ ਤਰੀਕੇ ਨਾਲ ਰਿਕਵਰੀ ਕੀਤੀ ਜਾਵੇ ਇਹਨਾਂ ਹਾਲਾਤਾਂ ਚੋਂ? ਸੋ ਦੇਖੋ, ਜਿਸ ਤਰ੍ਹਾਂ ਤੁਸੀਂ ਕਿਹਾ, ਸਭ ਤੋਂ ਪਹਿਲਾਂ ਰਿਕਵਰੀ ਦਾ ਕਿ ਜਿਹੜੇ ਇਸ ਵੇਲੇ ਹਜੇ ਵੀ ਪੈਂਡੈਮਿਕ ਦੇ ਵਿੱਚ ਬਿਜ਼ਨਸ ਜਾਂ ਵਰਕਰਸ ਤਕਲੀਫ ਲੰਘ ਰਿਹਾ, ਉਹਨਾਂ ਦੇ ਵਿੱਚ ਕਾਫੀ ਸਾਰਿਆਂ ਨੂੰ ਜੋਬਾਂ ਆਲਰੇਡੀ ਮਿਲ ਗਈਆਂ। ਤਕਰੀਬਨ 75% ਜਿਹੜੇ ਲੋਕਾਂ ਨੇ ਜੋਬ ਲਾਸ ਹੋਈਆਂ ਸੀਗੀਆਂ ਉਹ ਬੈਕ ਰਿਕਵਰ ਹੋ ਗਈਆਂ। 2.5 ਲੱਖ ਤੋਂ ਪੌਣੇ 3 ਲੱਖ ਹਜੇ ਵੀ ਵਿਅਕਤੀ ਹੈਗਾ ਜਿਹਨੂੰ ਹਜੇ ਜੋਬਾਂ ਉਸ ਲੈਵਲ ਤੱਕ ਮਾਰਚ ਤੋਂ 2020 ਤੋਂ ਪਹਿਲਾਂ ਤੱਕ ਲੈਵਲ ਤੱਕ ਨਹੀਂ ਹੋਏ। ਉਹਨਾਂ ਵਾਸਤੇ ਅਸੀਂ ਹਜੇ ਸਪੋਰਟ ਕਰਨੀ ਆ। ਉਸ ਦੇ ਵਿੱਚ ਜਿਹੜਾ ਵੇਜ ਸਬਸਿਡੀ ਆ, ਰੈਂਟਲ ਸਬਸਿਡੀ ਆ, CRB ਜਿਹੜਾ ਹੈਗਾ, ਇਹਨਾਂ ਦੇ ਵਿੱਚ ਐਕਸਟੈਂਸ਼ਨ ਕੀਤੀਆਂ ਜਾ ਰਹੀਆਂ ਸੋ ਤਾਂ ਕਿ ਉਹ ਜੂਨ 24 ਨੂੰ ਇਹ ਪ੍ਰੋਗਰਾਮ ਐਂਡ ਕਰਨੇ ਸੀ। ਜਿਹੜੇ ਬਿਜ਼ਨਸ ਵਾਲੇ ਸੀਗੇ ਉਹ ਹੁਣ ਸਪਟੰਬਰ 24 ਨੂੰ ਐਂਡ ਹੋਣਗੇ। ਇਸ ਔਰ ਵਧਾਏ ਜਾਣਗੇ। ਇਸ ਦੇ ਨਾਲ ਨਾਲ ਜਿਹੜੀਆਂ ਵੀਕਸ ਤੁਹਾਨੂੰ ਅਨਐਮਪਲੋਇਮੈਂਟ ਦੀਆਂ ਮਿਲਦੀਆਂ ਸੀ ਉਹ 12 ਵੀਕਾਂ ਵਧਾਈਆਂ ਜਾ ਰਹੀਆਂ, ਤਾਂ ਕਿ ਜਿਨ੍ਹਾਂ ਨੂੰ ਜ਼ਿਆਦਾ ਚਿਰ ਰਹਿਣਾ ਪਊਗਾ ਉਸ ਸਿਚੁਏਸ਼ਨ ਦੇ ਵਿੱਚ ਉਹਨਾਂ ਨੂੰ ਸਪੋਰਟ ਦਿੱਤੀ ਜਾਊਗੀ। ਸੋ ਇਹ ਸਭ ਤੋਂ ਪਹਿਲਾਂ ਹੈਗਾ ਸਾਡਾ ਰਿਕਵਰੀ। ਦੂਸਰੇ ਪਾਸੋਂ ਜਿਹੜਾ ਹੈਗਾ ਕਿ ਜਿਹੜੇ ਨਵੇਂ ਇਨੀਸ਼ੀਏਟਿਵਸ ਅਸੀਂ ਕਰ ਰਹੇ ਹਾਂ, ਜਿਹਨਾਂ ਰਿਕਵਰੀ ਜਿਹੜੀ ਬਹੁਤ ਮੁੜ ਕੇ ਹੋਣੀ ਆ, ਉਹ ਸਾਡਾ ਸੈਕੰਡ ਪ੍ਰੋਗਰੇਟਿਵ ਹੈਗਾ ਜੀ। ਇੱਕ ਚਾਈਲਡ ਕੇਅਰ ਦੀ ਕਾਫੀ ਚਰਚਾ ਕਿ ਇਹਦੇ ਲਈ ਇਸ ਵਾਰ ਸਰਕਾਰ ਨੇ ਕਾਫੀ ਧਿਆਨ ਦਿੱਤਾ। ਸੋ ਉਸ ਦੇ ਵਿੱਚ ਕੀ ਐਲਾਨ ਕੀਤਾ ਗਿਆ? ਸੋ ਚਾਈਲਡ ਕੇਅਰ ਦੇਖੋ ਬਹੁਤ ਇੰਪੋਰਟੈਂਟ ਇਹ ਜ਼ਾਹਰ ਹੋਈ ਹੈ ਖਾਸ ਕਰਕੇ ਪੈਂਡੈਮਿਕ ਦੇ ਵਿੱਚ ਕਿ ਇਹ ਸ਼ੀ ਸੈਸ਼ਨ ਕਹਿ ਦਿੰਦੇ, ਔਰਤਾਂ ਦਾ ਰਿਸੈਸ਼ਨ ਜ਼ਿਆਦਾ ਹੋਈ ਆ, ਕਿਉਂਕਿ ਇਹਦੇ ਵਿੱਚ ਔਰਤਾਂ ਨੂੰ ਘਰ ਰਹਿਣਾ ਪਿਆ। ਪਰ ਅਸੀਂ ਔਨਗੋਇੰਗ ਵੀ ਨੋਰਮਲੀ ਦੇਖਦੇ ਹਾਂ ਕਿ ਸਭ ਤੋਂ ਬਿਗੇਸਟ ਨਿਊ ਫੈਮਿਲੀ ਦੇ ਚੈਲੰਜ ਜਦੋਂ ਹੁੰਦਾ ਉਹ ਚਾਈਲਡ ਕੇਅਰ ਦਾ ਹੁੰਦਾ, ਕਿ ਜਦੋਂ ਦੋਨੇ ਜਣੇ ਵਿਅਕਤੀ ਕੰਮ ਕਰਦੇ ਆ ਉਹਨਾਂ ਨੂੰ ਚਾਈਲਡ ਕੇਅਰ ਦੀ ਲੋੜ ਆ। ਖਾਸ ਕਰਕੇ ਜਦੋਂ ਨਿਊਲੀ ਮੈਰਿਡ ਹੁੰਦੇ ਆ, ਤੁਹਾਡੇ ਸਕਿੱਲਸ ਹੁੰਦੇ, ਵਧੀਆ ਪੜ੍ਹਾਈ ਕੀਤੀ ਹੁੰਦੀ ਹੈ, ਜੇ ਤੁਸੀਂ ਉਹ ਪਹਿਲੇ ਸਾਲਾਂ ਦੇ ਵਿੱਚ ਇੱਕ ਵਿਅਕਤੀ ਨੂੰ ਘਰ ਰਹਿਣਾ ਪਵੇ, ਉਹਦੇ ਸਕਿੱਲ ਸਟੇਲ ਹੋ ਜਾਂਦੇ ਆ। ਉਹਨਾਂ ਨੂੰ ਕਿ ਨੌਕਰੀ ਜੋ ਕਰੀਅਰ ਜੋ ਆਸ਼ਾ ਹੁੰਦੀਆਂ ਵੀ ਮੈਂ ਉਹ ਕਰੂੰਗੀ, ਉਹ ਨਹੀਂ ਕਰ ਹੁੰਦਾ। ਇਸ ਦੇ ਨਾਲ ਅਫੋਰਡੇਬਲ ਚਾਈਲਡ ਕੇਅਰ ਲਿਆਉਣਾ ਬਹੁਤ ਜ਼ਰੂਰੀ ਹੈ। ਕੈਨੇਡਾ ਦੇ ਵਿੱਚ ਤਕਰੀਬਨ BC ਦੇ ਵਿੱਚ $1200 ਤੋਂ $1500 ਮਹੀਨੇ ਦਾ ਹੁੰਦਾ ਚਾਈਲਡ ਕੇਅਰ ਵਾਸਤੇ। ਜਦੋਂ ਅਸੀਂ $10 ਡੇ ਚਾਈਲਡ ਕੇਅਰ ਤੱਕ ਲੈ ਆਉਂਦਾ, ਜਿਵੇਂ ਕੁਬੈਕ ਦਾ ਮਾਡਲ ਆਲਰੇਡੀ ਹੈਗਾ, ਉਸ ਦੇ ਵਿੱਚ ਅਸੀਂ ਮਹੀਨੇ ਦਾ ਓਨਲੀ $250 ਰਫਲੀ ਖਰਚ ਹੋਊਗਾ, ਜਿਹਦੇ ਨਾਲ $1000 ਵਿਅਕਤੀ ਦਾ ਪਰ ਬੱਚਾ ਸੇਵਿੰਗ ਹੋਊਗੀ। ਸੋ ਇਹ ਇੱਕ ਸਾਡਾ ਬਹੁਤ ਵੱਡਾ ਉਪਰਾਲਾ ਹੈਗਾ। ਇਹਦੇ ਨਾਲ ਅਸੀਂ $30 ਬਿਲੀਅਨ 5 ਸਾਲ ਵਾਸਤੇ, ਔਰ ਉਸ ਤੋਂ ਬਾਅਦ $8 ਬਿਲੀਅਨ ਸਾਲ ਦਾ। ਸੋ ਅਗਲੇ ਸਾਲ ਤੱਕ ਚਾਈਲਡ ਕੇਅਰ ਕਾਸਟ 50% ਰਿਡਕਸ਼ਨ ਚਾਹੀਦੀ, ਔਰ 2026 5 ਸਾਲਾਂ ਦੇ ਵਿੱਚ ਇਹ ਐਵਰੇਜ $10 ਪਰ ਡੇ ਚਾਈਲਡ ਕੇਅਰ ਤੱਕ ਆਉਣਾ ਚਾਹੀਦਾ ਜੀ। ਤੇ ਸੀਨੀਅਰ ਸਿਟੀਜ਼ਨਸ ਬਾਰੇ ਕਾਫੀ ਚਰਚਾ ਹੋਈ, ਬਹੁਤ ਸਾਰੀਆਂ, ਕਿਉਂਕਿ ਡੈਥਸ ਅਫੈਕਟਸ ਜ਼ਿਆਦਾ ਜਿਹੜੇ ਸੀਨੀਅਰ ਸਿਟੀਜ਼ਨ ਹੋਇਆ। ਸੋ ਉਹਨਾਂ ਲਈ ਇਸ ਬਜਟ 'ਚ ਕੀ ਐਲਾਨ ਕੀਤਾ ਗਿਆ? ਦੇਖੋ, ਜਿਹੜੇ ਤਾਂ ਲੌਂਗ ਟਰਮ ਕੇਅਰ ਫੈਸਿਲਿਟੀ ਜਾਂ ਉਹਨਾਂ ਵਾਸਤੇ ਪੈਸੇ ਦਿੱਤੇ ਜਾ ਰਹੇ ਤਾਂ ਕਿ ਉਹਨਾਂ ਨੂੰ ਇਮੀਡੀਏਟਲੀ ਰਿਲੀਫ ਮਿਲੇ ਔਰ ਉਹਨਾਂ ਦੇ ਨਵੇਂ ਪ੍ਰੋਗਰਾਮ ਹੋਣ ਤਾਂ ਕਿ ਗਾਂ ਸੇਫ ਗਾਰਡ ਹੋਣ, ਇਹ ਪ੍ਰੋਬਲਮਾਂ ਮੁੜ ਕੇ ਨਾ ਹੋਣ, ਕਿਉਂਕਿ ਸਭ ਤੋਂ ਜ਼ਿਆਦਾ ਵਿਕਟਮਾਈਜ਼ ਉਹ ਹੋਏ। ਸੈਕਿੰਡ, ਸਾਡਾ ਇਲੈਕਸ਼ਨ ਦਾ ਪ੍ਰੋਮਿਸ ਸੀਗਾ ਕਿ ਅਸੀਂ ਓਲਡ ਏਜ ਸਿਕਿਉਰਿਟੀ ਨੂੰ 10% ਵਧਾਉਣਾ, ਜਿਹੜੇ ਖਾਸ ਕਰਕੇ 75 ਸਾਲ ਤੋਂ ਉੱਪਰ ਆ। ਸੋ ਉਹਨਾਂ ਵਾਸਤੇ ਇਮੀਡੀਏਟਲੀ ਅਗਸਤ ਦੇ ਵਿੱਚ $500 ਦੀ ਪੇਮੈਂਟ ਹੋਊਗੀ। ਜਿਹੜਾ 75 ਸਾਲ ਦਾ ਅਗਲੇ ਅਗਸਤ ਤੱਕ ਵੀ 75 ਹੋਊਗਾ, ਉਹਨੂੰ ਇਸ ਦੇ ਵਿੱਚ ਇੰਕਲੂਡ ਕੀਤਾ ਜਾਊਗਾ। ਔਰ ਅਗਲੇ ਸਾਲ ਇਹ $750 $770 ਜਿਹੜੇ ਹੈਗੇ ਆ ਉਹ ਪੈਨਸ਼ਨ ਦੇ ਵਧਾਏ ਜਾਣਗੇ। ਸੋ $70 ਤਕਰੀਬਨ ਮਹੀਨੇ ਦਾ ਤੁਹਾਡੀ ਪੈਨਸ਼ਨ ਜਿਹੜੀ ਓਲਡ ਏਜ ਸਿਕਿਉਰਿਟੀ ਦੀ ਆ ਉਹ ਵਧੂਗੀ ਲਗਾਤਾਰ। ਤੇ ਇੱਕ ਜਿਹੜਾ ਹੋਇਆ ਸੀਗਾ ਐਲਾਨ ਇਹਦੇ ਵਿੱਚ ਕਿ ਮਿਨੀਮਮ ਵੇਜ ਜਿਹੜੀ ਉਹ ਵਧਾਈ ਜਾਊਗੀ। ਸੋ ਉਹਦੇ ਵਿੱਚ ਕਿਹੜੇ ਕੰਮ ਹੈ, ਕਿਉਂਕਿ ਬਹੁਤੀ ਤਾਂ ਫੈਡਰਲ ਲੈਵਲ ਤੇ ਇਫੈਕਟ ਹੁੰਦੇ ਆ, ਸੌਰੀ ਮਾਫ ਕਰਨਾ, ਪ੍ਰੋਵਿੰਸ ਤੇ ਹੁੰਦੇ ਆ। ਫੈਡਰਲ ਲੈਵਲ ਤੇ ਕਿਹੜੇ ਕੰਮ ਇਹਨਾਂ ਦਾ ਫਾਇਦਾ ਹੋਊਗਾ ਜਿਹਨਾਂ ਦੀ ਵੇਜ ਵਧੀ ਹੈ? ਸ਼ੋਰ। ਸੋ ਅਸੀਂ $15 ਮਿਨੀਮਮ ਵੇਜ ਜਿਹੜੀ ਫੈਡਰਲ ਇੰਪਲੋਈਆਂ ਵਾਸਤੇ ਕੀਤਾ। ਫੈਡਰਲ ਜੂਰਿਸਡਿਕਸ਼ਨ ਜਿਹੜੀਆਂ ਹੈਗੀਆਂ ਉਹਦੇ ਵਿੱਚ ਬੈਂਕਿੰਗ ਸੈਕਟਰ, ਪੋਰਟਸ, ਫੈਡਰਲ ਗਵਰਨਮੈਂਟ ਦੇ ਵੀ ਸਬ ਕੰਟਰੈਕਟਰ ਵੀ ਜਿਹੜੇ ਉੱਤੇ ਕੰਮ ਕਰਦੇ। ਸੋ ਜੋ ਵੀ ਫੈਡਰਲੀ ਗਵਰਨਮੈਂਟ ਰੈਗੂਲੇਟਡ ਪਲੇਟਫਾਰਮ ਹੈਗੇ ਆ, ਉਹਨਾਂ ਏਰੀਆ ਦੇ ਵਿੱਚ ਜਿਹੜੇ ਮਿਨੀਮਮ ਵੇਜ ਆ ਉਹ $15 ਕੀਤੀ ਗਈ। ਉਹਦੇ ਨਾਲ ਤਕਰੀਬਨ 26,000 ਹੈਗਾ ਵਿਅਕਤੀ ਜਿਹੜਾ ਕਿ ਉਹਦੇ ਨਾਲ ਅਪਲਿਫਟ ਹੋਊਗਾ। ਔਰ ਅਸੀਂ ਆਸ ਕਰਦੇ ਕਿ ਪ੍ਰੋਵਿੰਸ ਵੀ ਫਿਰ ਉਸੇ ਤਰ੍ਹਾਂ ਇਹਦੀ ਸੇਧ ਲੈ ਕੇ ਆਪਣੇ ਆਪ ਦੇ ਵੀ ਮਿਨੀਮਮ ਵੇਜ ਸਟੈਂਡਰਡ ਵਧਾਉਣਗੇ। ਜਿਸ ਤਰੀਕੇ ਦੇ ਵਾਅਦੇ ਐਲਾਨ ਕੀਤੇ ਗਏ, ਵਿਰੋਧੀਆਂ ਪਾਰਟੀਆਂ ਦੇ ਬਿਆਨ ਵੀ ਆਉਣੇ ਸ਼ੁਰੂ ਹੋ ਗਿਆ। ਖਾਸ ਕਰਕੇ ਕੰਜ਼ਰਵੇਟਿਵ ਦੇ ਕੱਲ੍ਹ ਲੀਡਰ ਮੈਂ ਸੁਣ ਰਿਹਾ ਸੀ, ਉਹ ਕਹਿੰਦੇ ਸੀ ਕਿ ਇਹ ਪੈਂਡੇਮਿਕ ਬਜਟ ਨਹੀਂਗਾ, ਇਹ ਇਲੈਕਸ਼ਨ ਬਜਟ ਹੈ।
ਦੇਖੋ ਉਹ ਜੋ ਮਰਜ਼ੀ ਕਹਿ ਸਕਦੇ, ਇਹ ਪੈਂਡੈਮਿਕ ਦੇ ਵਿੱਚ ਇੱਕ ਚੀਜ਼ ਅਸੀਂ ਪ੍ਰੂਵ ਕੀਤੀ ਔਰ ਸ਼ੋਅ ਕੀਤਾ ਕਿ ਅਸੀਂ ਕੈਨੇਡੀਅਨਾਂ ਦੇ ਨਾਲ ਆ। ਅਸੀਂ ਕੈਨੇਡੀਅਨ ਨੂੰ ਸਪੋਰਟ ਕਰਨਾ, ਸਾਡੇ ਕੋਲ ਇੱਕ ਚੋਇਸ ਸੀਗੀ ਉਸ ਵੇਲੇ, ਚਾਹੇ ਲੋਕਾਂ ਦੇ ਕ੍ਰੈਡਿਟ ਕਾਰਡਾਂ ਤੇ ਅਸੀਂ ਕਰਜ਼ਾ ਕਹਿੰਦੇ ਤੁਸੀਂ ਆਪ ਚੱਕੋ, ਆਪ ਆਪਣੇ ਔਖਾ ਸਮਾਂ ਕੱਢੋ, ਜਾਂ ਆਪਣੀ ਲਾਈਨ ਆਫ ਕ੍ਰੈਡਿਟ ਤੇ ਕਰੋ, ਜਾਂ ਜਿਹੜਾ ਲੋਐਸਟ ਬੋਰਿੰਗ ਕਾਸਟ ਆ ਉਹ ਕੈਨੇਡੀਅਨ ਗਵਰਨਮੈਂਟ ਕੋ ਹੈਗੀ ਆ, ਅਸੀਂ ਉਹ ਚੂਜ਼ ਕੀਤੀ ਆ ਤਾਂ ਕਿ ਸਾਰੇ ਕੈਨੇਡੀਅਨਸ ਦਾ ਬਰਡਨ ਜਿਹੜਾ ਫੈਡਰਲ ਗਵਰਨਮੈਂਟ ਚੱਕੂਗੀ ਔਰ ਲੋਐਸਟ ਕਾਸਟ ਦੇ ਵਿੱਚ ਚੱਕੂਗੀ। ਉਹ ਸਪੋਰਟ ਦੇ ਕਾਰਨ ਹੀ ਆਪਾਂ ਜੇ ਅੱਜ ਦੇਖਦੇ ਹਾਂ ਤਾਂ ਆਪਣੀਆਂ ਬੈਂਕਰਪਸੀਆਂ ਨਹੀਂ ਬਾਹਲੀਆਂ ਹੋਈਆਂ, ਲੋਕ ਤਕਰੀਬਨ 90% ਜਿਹੜੇ ਅਨਐਮਪਲੋਏ ਹੋਏ ਸੀਗੇ ਉਸ ਵੇਲੇ ਉਹ ਬੈਕ ਟੂ ਵਰਕ ਆ ਗਏ ਆ, ਔਰ ਜਿਹੜੀ ਇਕੋਨਮੀ ਮੁੜ ਕੇ ਆਲਰੇਡੀ ਈਵਨ ਐਕਸਪੈਕਟੇਸ਼ਨ ਤੋਂ ਬੈਟਰ ਚੱਲ ਰਹੀ ਆ। ਜਿਹੜੀਆਂ ਜੌਬਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹ ਫਿਰ ਕਿਸ ਸੈਕਟਰ ਦੇ ਵਿੱਚ ਜਾਂ ਕਿਸ ਜਿਹੜੀ ਨੀਤੀ ਤਹਿਤ ਜੌਬਸ ਕ੍ਰੀਏਟ ਹੋਣਗੇ? ਕਿਉਂਕਿ ਇਹ ਵੀ ਇੱਕ ਗੱਲ ਕੀਤੀ ਗਈ ਕਿ ਇਮੀਗ੍ਰੇਸ਼ਨ ਨੂੰ ਜਿਹੜਾ ਉਹ ਅਟਰੈਕਟ ਕੀਤਾ ਜਾਵੇਗਾ ਸਟੂਡੈਂਟਸ ਨੂੰ ਜਾਂ ਹੋਰ ਜਿਹੜਾ ਵੀ ਕੋਈ ਟੈਲੈਂਟ ਹੈਗਾ ਆ। ਸੋ ਜੌਬਸ ਫਿਰ ਕਿਸ ਪਾਸੇ ਇਨਵੈਸਟ ਕਰੇਗੀ ਸਰਕਾਰ? ਦੇਖੋ ਹਰ ਪੱਖੋਂ ਕੀਤੀ ਜਾਊਗੀ, ਪਰ ਖਾਸ ਕਰਕੇ ਕਲੀਨ ਟੈਕ, ਗ੍ਰੀਨ ਇਨਫਰਾਸਟ੍ਰਕਚਰ, ਇਹਦੇ ਉੱਤੇ ਬਹੁਤ ਇੰਪੋਰਟੈਂਸ ਦਿੱਤਾ ਜਾ ਰਿਹਾ, ਜਿੱਥੇ ਅਸੀਂ ਆਇਲ ਸੈਕਟਰ ਨੂੰ ਵੀ ਗ੍ਰੀਨ ਕਰਨਾ, ਉਹਨਾਂ ਦਾ ਜਿਹੜਾ ਸਮਾਨ ਦੇ ਵਿੱਚ ਐਮਿਸ਼ਨ ਆ ਉਹ ਘਟਾਇਆ ਜਾਵੇ, ਜੋ ਵੀ ਟੈਕਨੋਲੋਜੀਆਂ ਕੀਤੀਆਂ ਜਾਣਗੀਆਂ। ਇਸੇ ਤਰ੍ਹਾਂ ਨਾਲ BC ਨੂੰ ਕਲੀਨ ਟੈਕ ਸੈਂਟਰ ਬਣਾਉਣ ਵਾਸਤੇ ਵੀ ਪੈਸੇ ਦਿੱਤੇ ਜਾਣਗੇ। ਰੀਜਨਲ ਡਿਵੈਲਪਮੈਂਟ ਏਜੰਸੀ BC ਨੂੰ ਵੱਖਰੀ ਦਿੱਤੀ ਜਾ ਰਹੀ ਆ, ਉਸ ਰੀਜਨਲ ਡਿਵੈਲਪਮੈਂਟ ਏਜੰਸੀ ਨੂੰ $550 ਮਿਲੀਅਨ ਦਿੱਤਾ ਜਾਊਗਾ, ਜਿਹੜਾ ਅਗੇਨ ਫੈਕਟਰੀਆਂ ਨੂੰ, ਬਿਜ਼ਨਸ ਨੂੰ ਇੰਪਰੂਵ ਕੀਤਾ ਜਾਊਗਾ। ਇਸੇ ਤਰ੍ਹਾਂ ਟੈਕਸ ਰੇਟ ਜਿਹੜਾ ਉਹ 50% ਘੱਟ ਹੋਊਗਾ ਜਿਹੜਾ ਵੀ ਕੋਈ ਟੈਕਨੋਲੋਜੀਆਂ ਬਣਾਉਂਦਾ ਜ਼ੀਰੋ ਐਮਿਸ਼ਨ ਵਾਸਤੇ, ਚਾਹੇ ਉਹ ਕਾਰਾਂ ਵਾਸਤੇ ਬੈਟਰੀਆਂ, ਚਾਹੇ ਉਹ ਵਿੰਡ ਮਿਲ ਕਰੂਗਾ, ਚਾਹੇ ਕੋਈ ਵੀ ਚੀਜ਼ ਦੇ ਵਿੱਚ ਜਿਹਨਾਂ ਤੁਹਾਡੀ ਐਮਿਸ਼ਨਸ ਜਿਹੜੇ ਆ ਉਹ ਰਿਡਿਊਸ ਕੀਤੇ ਜਾ ਰਹੇ ਭਵਿੱਖ, ਆਪਣੀ ਇਨਵਾਇਰਨਮੈਂਟ ਬੈਟਰ, ਉਹਦਾ ਇਨਕਮ ਟੈਕਸ ਜਿਹੜਾ ਆ ਉਹ 50% ਰਿਡਿਊਸ ਕੀਤਾ ਜਾਊਗਾ। ਸੋ ਉਹਨਾਂ ਨੂੰ ਮੋਰ ਇਨਸੈਂਟਿਵ ਕੀ ਹੈਗੇ ਆ ਕਿ ਅਸੀਂ ਇੱਧਰ ਨੂੰ ਟੈਕਨੋਲੋਜੀ ਡਿਵੈਲਪ ਕਰੀਏ। ਜਿਹਦਾ ਮਤਲਬ ਹੈ ਕਿ ਕਲਾਈਮੇਟ ਚੇਂਜ ਦੇ ਮਾਮਲੇ ਵਿੱਚ BC ਨੂੰ ਜਿਹੜੇ ਅਹਿਮ ਪ੍ਰੋਜੈਕਟ ਮਿਲੇ ਆ, ਸੋ ਕਹਿ ਸਕਦੇ ਇਸ ਬਜਟ ਦੇ ਵਿੱਚ? ਹਾਂ ਬਿਲਕੁਲ, BC ਨੂੰ ਅਹਿਮ ਪ੍ਰੋਜੈਕਟ ਨਵੀਂ ਰੀਜਨਲ ਡਿਵੈਲਪਮੈਂਟ ਏਜੰਸੀ ਜਿਹਨੂੰ $550 ਮਿਲੀਅਨ ਮਿਲਿਆ, ਇਹ ਖੁੱਲੂਗੀ। ਇਸ ਦੇ ਨਾਲ ਕਲੀਨ ਟੈਕ ਹੱਬ ਨੂੰ ਪੈਸੇ ਦਿੱਤੇ ਜਾਓਗੇ BC ਦੇ ਨਾਲ ਮੈਚ ਕਰਨ ਵਾਸਤੇ, ਔਰ ਇਸ ਦੇ ਨਾਲ ਜਿਹੜੇ ਓਵਰਆਲ ਜਿਹੜੇ ਗ੍ਰੀਨ ਇਨਫਰਾਸਟ੍ਰਕਚਰ, ਗ੍ਰੀਨ ਇਕੋਨਮੀ ਨੂੰ ਕਰਨ ਵਾਸਤੇ ਉਹ ਪੈਸੇ ਦਿੱਤੇ ਜਾਣਗੇ। ਇਸ ਤੇ ਟੈਕਸ ਰਿਡਕਸ਼ਨ ਕੀਤੀ ਜਾਊਗੀ। ਉਸ ਦੇ ਨਾਲ ਜਿਹੜਾ ਘਰਾਂ ਵਾਸਤੇ ਵੀ ਕੀਤਾ ਜਾ ਰਿਹਾ ਕਿ ਤੁਹਾਨੂੰ ਰੈਟਰੋਫਿਟ ਕਰਨ ਵਾਸਤੇ $5000 ਦੀਆਂ ਗ੍ਰਾਂਟਾਂ ਆ ਕੇ ਸਪੈਸ਼ਲਿਸਟ ਤੁਹਾਡੇ ਘਰ ਆ ਕੇ ਦੇਖੂਗਾ ਕਿਹੜੀ ਚੀਜ਼ ਤੁਸੀਂ ਇੰਪਰੂਵ ਕਰਕੇ ਆਪਣੇ ਕਾਸਟ ਲੋਅਰ ਕਰ ਸਕਦੇ, ਜਿਹੜੇ ਤੁਹਾਡੀ ਹੀਟਿੰਗ ਕਾਸਟ ਜਾਂ ਤੁਹਾਡੀ ਇਨਵਾਇਰਮੈਂਟਲ ਜਿਹੜਾ ਇੰਪੈਕਟ ਹੈਗਾ। ਔਰ ਜਿਹੜਾ ਵੱਡੇ ਪ੍ਰੋਜੈਕਟ ਹੋਣਗੇ ਉਹਨਾਂ ਵਾਸਤੇ ਅਪ ਟੂ $40000 ਤੁਹਾਨੂੰ ਹੋਮ ਓਨਰ ਨੂੰ ਇੰਟਰਸਟ ਫ੍ਰੀ ਮਿਲੂਗਾ, ਤਾਂ ਕਿ ਤੁਸੀਂ ਅਪਗ੍ਰੇਡ ਆਪਣੇ ਘਰ ਨੂੰ ਕਰ ਸਕਦੇ, ਤਾਂ ਕਿ ਉਹਦੀ ਐਨਰਜੀ ਕਾਸਟ ਲੋਅਰ ਹੋਵੇ, ਤੁਹਾਡੀ ਇਨਵਾਇਰਮੈਂਟ ਦਾ ਇੰਪੈਕਟ ਲੋਅਰ ਹੋਵੇ। ਕੁਛ ਕੁ ਜਿਹੜੇ ਟੈਕਸ ਹੈ ਮੈਨੂੰ ਲੱਗਦਾ ਸ਼ਾਇਦ ਉਹ ਵੀ ਲਾਏ ਗਏ ਨੇ, ਜਿਵੇਂ ਲਗਜ਼ਰੀ ਕਾਰਾਂ 1 ਲੱਖ ਤੋਂ ਉੱਪਰ ਦੀ ਕੀਮਤ ਵਾਲੀਆਂ, ਬੋਟਸ 2.5 ਲੱਖ ਤੋਂ। ਸੋ ਇਸ ਤੋਂ ਇਲਾਵਾ ਕੋਈ ਹੋਰ ਵੀ ਟੈਕਸ ਨੇ ਜਾਂ ਜਿਹੜੇ ਮੰਨ ਲਓ ਕਿ ਇਹ ਤਾਂ ਥੋੜ੍ਹੇ ਜਾਂ ਲਗਜ਼ਰੀ ਲੈਵਲ ਤੇ ਟੈਕਸ ਲੱਗੇ? ਸੋ ਸਾਡਾ ਗੋਲ ਸੀਗਾ ਕਿ ਅਸੀਂ ਆਮ ਵਿਅਕਤੀ ਨੂੰ ਕੋਈ ਟੈਕਸ ਬਰਡਨ ਨਹੀਂ ਐਕਸਟਰਾ ਕਰਨਾ। ਹਾਂ, ਲਗਜ਼ਰੀ ਕਾਰਾਂ 'ਤੇ ਕਿ ਇੱਕ ਚੋਇਸ ਆ, ਤੁਸੀਂ $1,00,000 ਤੋਂ ਉੱਪਰ ਦੀ ਕਾਰ ਲੈਣੀ ਆ ਅਤੇ ਖਰਚਣਾ, ਤਾਂ ਉਹ ਜਿਹੜਾ ਲੱਖ ਤੋਂ ਉੱਪਰ ਖਰਚ ਆ ਉਹਦੇ ਉੱਤੇ ਲਗਜ਼ਰੀ ਟੈਕਸ ਲੱਗੂਗਾ। ਬੋਟ ਵੀ ਜਿਹੜੇ 2.5 ਲੱਖ ਤੋਂ ਉੱਪਰ ਆ ਉਹਨਾਂ 'ਤੇ ਹੋਣਗੇ। ਇਸੇ ਤਰ੍ਹਾਂ ਐਰੋਪਲੇਨ ਜਿਹੜੇ ਪਰਸਨਲ ਯੂਜ਼ ਵਾਸਤੇ ਲੱਖ ਤੋਂ ਉੱਪਰ, ਉਹਨਾਂ ਦੇ ਉੱਤੇ ਇਹ ਟੈਕਸ ਲੱਗੂਗਾ, ਪਰ ਆਮ ਵਿਅਕਤੀ ਨਹੀਂ। ਪਰ ਬਾਕੀ ਅਸੀਂ ਲੂਪ ਹੋਲ ਜਿਹੜੇ ਹੈਗੇ ਆ ਉਹਨਾਂ ਨੂੰ ਬੰਦ ਕਰਨ ਵਾਸਤੇ CRA ਨੂੰ ਵੀ ਐਕਸਟਰਾ ਪੈਸੇ ਦਿੱਤੇ ਗਏ, ਅਤੇ ਲਾਅ ਵੀ ਉਹ ਬਦਲਾਏ ਜਾਣਗੇ ਤਾਂ ਕਿ ਜਿਹੜਾ ਟੈਕਸ ਲੀਕੇਜ ਹੁੰਦੀ ਆ ਜਾਂ ਲੋਕ ਆਫਸ਼ੋਰ ਲੈ ਕੇ ਜਾਂਦੇ ਆ ਉਹਨੂੰ ਕੰਟਰੋਲ ਕਰਕੇ ਮੋਰ ਟੈਕਸ ਰੈਵਨਿਊ ਕੈਨੇਡਾ ਦੇ ਵਿੱਚ ਰਹੇ। ਇਸ ਦੇ ਨਾਲ ਜਿਹੜੇ ਫੋਰਨਰ ਬਾਇਰ ਆ ਕੇ ਸਪੈਕੂਲੇਟ ਕਰਕੇ ਘਰ ਲੈਂਦੇ ਸੀ, ਇੱਥੇ ਲੈ ਕੇ ਕੌਂਡੋ ਨਹੀਂ 10-15 ਲੈ ਲੈਣੇ ਜਾਂ 5-7 ਲੈ ਲੈਣੇ, ਪਰ ਖਾਲੀ ਰੱਖਣੇ, ਰੈਂਟ 'ਤੇ ਨਹੀਂ ਚਾੜਨੇ, ਉਹਨਾਂ ਵਾਸਤੇ ਵੇਕੈਂਸੀ ਟੈਕਸ ਵੀ ਲੱਗਿਆ ਜਾਊਗਾ, ਜਿਹੜਾ ਕਿ 1% ਪਰ ਈਅਰ ਉਹਦੀ ਵੈਲਿਊ ਦੇ ਉੱਤੇ ਲੱਗਿਆ ਜਾਊਗਾ। ਸੋ ਉਹਦੇ ਨਾਲ ਇਹ ਇਨਸੈਂਟਿਵ ਹੈ ਕਿ ਜੇ ਉਹਨੇ ਲਿਆਈ ਵੀ ਪ੍ਰਾਪਰਟੀ, ਘੱਟੋ ਘੱਟ ਉਹਨੂੰ ਰੈਂਟ 'ਤੇ ਚਾੜੋ ਜਾਂ ਆਪ ਯੂਜ਼ ਕਰੋ। ਇਕੱਲਾ ਖਾਲੀ ਰੱਖਣ ਦੇ ਨਾਲ ਕੋਈ ਫਾਇਦਾ ਨਹੀਂ ਹੈਗਾ। ਆਮ BC ਵਿਅਕਤੀ ਵਾਸਤੇ ਘਰ ਫੇ ਮਹਿੰਗੇ ਹੁੰਦੇ ਆ। ਮੇਰੇ ਖਿਆਲ ਨਾਲ ਟੈਕਸ BC ਸਰਕਾਰ ਨੇ ਪਹਿਲਾਂ ਲਾਇਆ ਹੋਇਆ, ਸੋ ਜੇ ਹੁਣ ਤੁਸੀਂ ਫੈਡਰਲ ਤੇ ਐਲਾਨ ਕੀਤਾ, ਮਤਲਬ ਕਿ ਪੂਰੇ ਕੈਨੇਡਾ ਵਿੱਚ ਫੇਰ ਲਾਗੂ ਹੋਊਗਾ ਇਹ ਵਾਲਾ ਟੈਕਸ? ਹਾਂਜੀ, ਇਹ ਪੂਰੇ ਕੈਨੇਡਾ ਦੇ ਵਿੱਚ ਹੋਊਗਾ। ਸੋ ਜਿਹੜਾ ਸਪੈਕੂਲੇਸ਼ਨ ਵੇਕੈਂਸੀ ਫੋਰਨ ਟੈਕਸ ਹੋਊਗਾ ਇਹ ਸਾਰੇ ਕੈਨੇਡਾ ਦੇ ਉੱਤੇ ਹੋਊਗਾ। ਸੋ ਇਹ ਔਨ ਟਾਪ ਆਫ ਜਿਹੜਾ BC ਦਾ ਹੋਊਗਾ, ਤਾਂ ਕਿ ਮੋਰ ਡਿਸਕਰੇਜਮੈਂਟ ਹੋਊਗੀ ਆ ਕਿ ਤੁਸੀਂ ਖਾਲੀ ਘਰ ਨਾ ਰੱਖੋ, ਤੁਸੀਂ ਘਰਾਂ ਨੂੰ ਯੂਜ਼ 'ਚ ਲਿਆਓ। ਬਿੱਲ ਬਹੁਤ ਜ਼ਿਆਦਾ ਮਾਰਕੀਟ ਚੜ੍ਹ ਰਹੀ ਹੈ। ਹੋਰ ਵੀ ਕੋਸ਼ਿਸ਼ ਬਜਟ 'ਚ ਰੱਖਿਆ ਗਿਆ ਕਿ ਜਿਹੜੇ ਅਫੋਰਡੇਬਿਲਟੀ ਹਾਊਸ, ਕਿਉਂਕਿ ਇਲੈਕਸ਼ਨ ਵਿੱਚ ਵੀ ਮੇਨ ਮੁੱਦਾ ਸੀਗਾ, ਜਦੋਂ ਆਪਾਂ ਇਲੈਕਸ਼ਨ ਕਵਰ ਕਰਦੇ ਸੀ ਗੱਲ ਹੁੰਦੀ ਸੀ। ਸੋ ਇਸ ਬਜਟ ਦੇ ਵਿੱਚ ਉਸ
ਪਾਸੇ ਇਸ ਤੋਂ ਇਲਾਵਾ ਵੀ ਕੁਝ ਹੋਰ ਹੈਗਾ ਹੈ? ਹਾਂਜੀ, ਦੇਖੋ ਜੀ, CMHC ਦੇ ਵਿੱਚ ਜਸਟ ਸਪਟੈਂਬਰ ਦੇ ਫਾਲ ਇਕਨੋਮਿਕਸ ਸਟੇਟਮੈਂਟ ਦੇ ਵਿੱਚ $12.5 ਬਿਲੀਅਨ CMHC ਨੂੰ ਰੈਂਟਲ ਅਫੋਰਡੇਬਲ ਹਾਊਸਿੰਗ ਵਾਸਤੇ ਦਿੱਤਾ ਗਿਆ ਸੀਗਾ। ਉਹ ਪੈਸੇ ਦੇ ਨਾਲ ਮੋਰ ਅਫੋਰਡੇਬਲ ਰੈਂਟਲ ਹਾਊਸਿੰਗ ਬਣੀ ਜਾਊਗੀ ਔਰ ਕਾਫੀ ਬਣ ਲੱਗ ਪਈ ਹੈ, ਜਿਹਦੇ ਨਾਲ ਕਿ ਪਹਿਲਾ ਜਿਹੜਾ ਸਟੈਪ ਅਪ ਹੋਣਾ, ਚਾਹੇ ਬੇਸਮੈਂਟ ਸਵੀਟਸ ਕੋ ਜਾਂਦਾ, ਚਾਹੇ ਅਪਾਰਟਮੈਂਟ ਪੁਰਾਣੇ ਹੀ ਸੀ ਸਾਰੇ, ਸੋ ਸਭ ਤੋਂ ਪਹਿਲਾਂ ਉਹਨਾਂ ਨੂੰ ਸਪੋਰਟ ਦਿੱਤੀ ਜਾ ਰਹੀ। ਇਸ ਦੇ ਨਾਲ ਜਿਹੜੇ ਬੇਘਰੇ ਆ ਉਹਨਾਂ ਨੂੰ ਰੈਪਿਡ ਹਾਊਸਿੰਗ ਵਾਸਤੇ ਪੈਸੇ ਦਿੱਤੇ ਜਾ ਰਹੇ। ਇਸ ਦੇ ਨਾਲ ਇਸ ਬਜਟ 'ਚ ਇਨਕਰੀਜ਼ ਕੀਤਾ। ਜਿਹੜੇ ਕਮਰਸ਼ੀਅਲ ਬਿਲਡਿੰਗਾਂ ਹੈਗੀਆਂ ਜਿਹੜੀਆਂ ਕਿ ਕੋਵਿਡ ਕਰਕੇ ਵੇਕੈਂਟ ਹੋ ਗਈਆਂ, ਜੋ ਰੈਂਟਲ ਵਾਸਤੇ ਰੈਜ਼ੀਡੈਂਸ਼ੀਅਲ ਰੈਂਟਲ ਵਾਸਤੇ ਕਨਵਰਟ ਕਰਨਾ ਚਾਹੁੰਦੇ, ਉਹਨਾਂ ਨੂੰ ਐਕਸਟਰਾ ਪੈਸੇ ਮਿਲੂਗੇ ਜੀ। ਤੇ ਇਮੀਗ੍ਰੇਸ਼ਨ ਵੀ ਹਮੇਸ਼ਾ ਮੁੱਦਾ ਰਿਹਾ। ਕੱਲ ਇਮੀਗ੍ਰੇਸ਼ਨ ਬਾਰੇ ਵੀ ਐਲਾਨ ਹੋਇਆ, ਕਿਉਂਕਿ ਲਗਾਤਾਰ ਹੁਣ ਤਾਂ ਇਹੀ ਆ ਕਿ ਪ੍ਰੋਸੈਸਿੰਗ ਜਿਹੜੀ ਥੋੜੀ ਸਲੋ ਆ, ਸੋ ਉਹਨੂੰ ਲੈ ਕੇ ਵੀ ਕੋਈ ਐਲਾਨ ਕੀਤਾ ਗਿਆ ਇਸ ਬਜਟ ਦੇ ਵਿੱਚ? ਹਾਂਜੀ, ਉਹਦੇ ਨਾਲ ਜਿਹੜਾ ਸਾਫਟਵੇਅਰ ਹੈ ਜਿਹੜਾ ਕਿ ਸਾਰਿਆਂ ਨੂੰ ਮੈਨੇਜ ਕਰਦਾ, ਉਹ ਵਾਸਤੇ ਐਕਸਟਰਾ ਪੈਸੇ ਦਿੱਤੇ ਜਾ ਰਹੇ ਆ, ਤਾਂ ਕਿ ਉਹ ਜਿਹੜਾ ਡਿਜੀਟਲ ਜਿਹੜਾ ਪਲੈਟਫਾਰਮ ਆ ਉਹ ਅਪਗ੍ਰੇਡ ਕੀਤਾ ਜਾਊਗਾ। ਮੋਰ ਐਫੀਸ਼ੀਐਂਟ, ਮੋਰ ਫਾਸਟਰ ਉਹਦੀ ਪ੍ਰੋਸੈਸਿੰਗ ਉਹਦੇ ਨਾਲ ਹੋਊਗੀ। ਤੇ BC ਦੀ ਆਪਾਂ ਗੱਲ ਕਰ ਲਈ, ਕੈਨੇਡਾ ਦੀ, ਸੋ ਆਪਣੇ ਸਰੀ ਹਲਕੇ ਵਿੱਚ ਵੀ ਇਸ ਲਈ ਕੋਈ ਸੰਬੰਧਤ ਹੈ ਕਿ ਸਰੀ ਹਲਕੇ ਨੂੰ ਕੀ ਬੈਨੀਫਿਟ ਹੋ ਸਕਦੇ ਜਿਹੜੇ ਤੁਹਾਡੇ ਹਲਕੇ ਦੇ ਲੋਕ ਹੈ? ਹਾਂਜੀ, ਦੇਖੋ, ਉਹਦੇ ਨਾਲ ਜਿਹੜਾ ਰੀਜਨਲ ਡਿਵੈਲਪਮੈਂਟ ਏਜੰਸੀ ਹੈ ਜਿਹੜੀ ਕਿ BC ਨੂੰ ਫਾਈਨਲੀ ਆਪਣੀ ਸੈਕੰਡ ਇਹ ਏਜੰਸੀ ਫੈਡਰਲ ਏਜੰਸੀ ਕੈਨੇਡਾ ਦੇ ਵਿੱਚ ਹੋਗੀ। ਦੋਨੇ ਲਿਬਰਲਸ ਕਾਰਨ ਲਿਆਂਦੀ ਸੀ। ਪਹਿਲਾਂ ਟੂਰਿਜ਼ਮ ਦਾ ਹੈੱਡ ਆਫਿਸ ਵੈਨਕੂਵਰ 'ਚ ਲਿਆਂਦਾ ਗਿਆ, ਹੁਣ ਰੀਜਨਲ ਡਿਵੈਲਪਮੈਂਟ ਏਜੰਸੀ ਆ, ਇਹ BC ਦੇ ਵਿੱਚ ਖੁੱਲ੍ਹੀ ਜਾਊਗੀ ਇਹਦੀ ਸੈਪਰੇਟ, ਔਰ ਅਸੀਂ ਆਸ ਕਰਦੇ ਕਿ ਉਹ ਸਰੀ ਦੇ ਵਿੱਚ ਹੀ ਹੋਗੀ। ਅਸੀਂ ਕਾਫੀ ਰਿਕੁਐਸਟ ਕੀਤੀ ਆ ਮੇਅਰ ਤੋਂ, ਸਾਡੇ MLA ਦੀ ਸਪੋਰਟ ਲੈਟਰ ਲੈ ਕੇ ਫੈਡਰਲ ਗਵਰਨਮੈਂਟ, ਸੋ ਇਹ ਆਸ ਕਰਦੇ ਇੱਥੇ ਇਸੇ ਤਰ੍ਹਾਂ ਜਿਹੜਾ ਕਲੀਨ ਟੈਕ ਹੱਬ ਆ ਜਿਹੜਾ ਕਿ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਅਨਾਊਂਸ ਕੀਤਾ, ਉਹਨੂੰ ਮੈਚ ਕਰਨ ਵਾਸਤੇ ਫੈਡਰਲ ਗਵਰਨਮੈਂਟ ਨੇ ਵੀ ਐਲਾਨ ਕੀਤੇ ਪੈਸੇ। ਉਹਦੇ ਵੀ ਕਾਫੀ ਇੰਡਸਟਰੀ ਜਿਹੜੀ ਉਹਦੀ ਮੇਨ ਜਿਹੜੀ ਹੈਗੀ ਉਹ ਸਰੀ ਦੇ ਵਿੱਚ ਹੈਗੀ, ਜਿਹੜੀ ਮੈਨੂਫੈਕਚਰ ਕਰਦੇ ਵਿੰਡ ਮਿਲ ਦੀਆਂ ਟਰਬਾਈਨ ਤੇ ਉਹਦੇ ਪਾਰਟਸ ਤੇ ਹੋਰ ਸੋਲਰ ਪੈਨਲ ਦੇ ਇਸ ਤਰ੍ਹਾਂ ਦੇ ਵੱਖ-ਵੱਖ ਜਿਹੜੇ ਟੈਕਨੋਲੋਜੀਜ਼ ਹੈਗੀਆਂ ਉਹ ਇੱਥੇ ਹੀ ਫਲਰਿਸ਼ ਹੋ ਗਈਆਂ। ਔਰ ਜਿਹੜਾ ਇਹ ਰੈਟਰੋਫਿਟ ਕਹਿ ਲਓ ਜਾਂ ਘਰਾਂ ਨੂੰ ਐਨਰਜੀ ਐਫੀਸ਼ੀਐਂਟ ਕਰਨਾ, ਇਹ ਆਪਾਂ ਨੂੰ ਪਤਾ ਕਿ ਸਾਡੇ ਕਮਿਊਨਿਟੀ ਦੇ ਵਿੱਚ ਸਰੀ ਦੇ ਵਿੱਚ ਖਾਸ ਕਰਕੇ ਬਹੁਤ ਟ੍ਰੇਡਸਮੈਨ ਹੈਗੇ ਆ, ਇਹਨਾਂ ਨੂੰ ਇਹਦਾ ਬਹੁਤ ਫਾਇਦਾ ਹੋਊਗਾ, ਕਿਉਂਕਿ ਨਵੇਂ ਘਰਾਂ ਦੀ ਤਾਂ ਕੰਸਟਰਕਸ਼ਨ ਆਲਰੇਡੀ ਬਹੁਤ ਵਧੀਆ ਚੱਲ ਰਹੀ ਆ। ਇਹਦੇ ਨਾਲ ਜਿਹੜੇ ਪੁਰਾਣੇ ਘਰ ਆ ਉਹ ਵੀ ਰੈਟਰੋਫਿਟ ਹੋਣਗੇ ਔਰ ਉਹਨਾਂ ਦੇ ਵਿੱਚ ਵੀ ਇਹ ਰੈਨੋਵੇਸ਼ਨ ਮਾਰਕੀਟ ਜਿਹੜੀ ਉਹ ਵਧੂਗੀ। ਤੇ ਅਖੀਰ ਦੇ ਵਿੱਚ ਇੱਕ ਸਿਆਸੀ ਸਵਾਲ, ਕਿਉਂਕਿ ਹੁਣ ਜਦੋਂ ਇਹ ਫਿਰ ਪਾਸ ਹੋਣਾ ਬਜਟ, ਤੇ ਉਦੋਂ ਕੀ ਉਮੀਦ ਹੈ ਕਿ ਆਸਾਨੀ ਨਾਲ ਹੋ ਜਾਊਗਾ? ਕਿਉਂਕਿ ਕਈ ਵਾਰ ਇਹ ਵੀ ਕੱਲ ਦੇਖ ਰਹੇ ਸੀ ਕਿ ਹੋ ਸਕਦਾ ਇਲੈਕਸ਼ਨ ਟ੍ਰਿਗਰ ਵੀ ਹੋ ਸਕਦਾ ਆ, ਜਾਂ ਜਗਮੀਤ ਸਿੰਘ ਹੁਣਾਂ ਨੇ ਹਾਲੇ ਆਪਣੇ ਪੱਤੇ ਨਹੀਂ ਖੋਲ੍ਹੇ ਆ, ਕਿਉਂਕਿ ਪਿਛਲੀ 2 ਵਾਰ ਉਹਨਾਂ ਨੇ ਸਪੋਰਟ ਕਰਤੀ। ਸੋ ਕੀ ਲੱਗਦਾ ਕਿਸ ਤਰੀਕੇ ਦੇ ਹਾਲਾਤ ਬਣ ਸਕਦੇ ਆ? ਦੇਖੋ, ਆਈ ਥਿੰਕ ਜਿਹੜੇ ਪਾਰਟੀਆਂ ਜੇ ਰਿਸਪੌਂਸਿਬਲ ਰਹਿਣਗੀਆਂ, ਉਹ ਕੋਈ ਇਸ ਵੇਲੇ ਕੋਵਿਡ ਦੇ ਵਿੱਚ ਇਲੈਕਸ਼ਨ ਨਹੀਂ ਚਾਹੁੰਦਾ, ਉਹ ਸਪੋਰਟ ਕਰਨਗੇ ਇਸ ਬਿੱਲ ਨੇ ਹਰ ਇੱਕ ਚੀਜ਼ਾਂ ਜੋ ਕੈਨੇਡੀਅਨ ਚਾਹੁੰਦੇ ਸੀਗੇ ਉਹ ਚੀਜ਼ਾਂ ਇਸ ਬਿੱਲ ਦੇ ਵਿੱਚ ਪੇਸ਼ ਕੀਤੀਆਂ ਗਈਆਂ। ਔਰ ਟਰੈਕ ਰੈਕਡ ਵੀ ਹੈ ਕਿ ਅਸੀਂ ਕੈਨੇਡੀਅਨਾਂ ਨੂੰ ਸਪੋਰਟ ਕੀਤਾ ਪੈਂਡੈਮਿਕ ਦੇ ਵਿੱਚ, ਆਉਣ ਵਾਲੇ ਸਮੇਂ ਵੀ ਕਰਾਂਗੇ। ਆਸ ਹੈ ਕਿ ਪੂਰੀ ਪਾਰਟੀਆਂ, ਮੇਰੇ ਖਿਆਲ ਜਗਮੀਤ ਸਿੰਘ ਨੇ ਇਸ਼ਾਰਾ ਵੀ ਦਿੱਤਾ ਕਿ ਉਹ ਸਪੋਰਟ ਕਰਨਗੇ। ਬਲਾਕ ਕੈਬੇਕਵਾ ਨੇ ਵੀ ਕਾਫੀ ਸਪੋਰਟ ਕੀਤੀ, ਉਹਨੇ ਇੱਕ ਦੋ ਚੀਜ਼ਾਂ ਆਪਣੀਆਂ ਰੈਕਮੈਂਡੇਸ਼ਨ ਜਾਂ ਉਹਨੇ ਗਿਲਾ ਪ੍ਰੈਸ ਕੀਤਾ ਕਿ ਉਹ ਚਾਹੁੰਦੇ ਆ ਵਿੱਚ। ਸੋ ਅਸੀਂ ਇਹਨਾਂ ਦੋਨਾਂ ਪਾਰਟੀਆਂ 'ਤੇ ਆਈ ਥਿੰਕ ਕੋਈ ਨਾ ਕੋਈ ਕਰੂਗਾ। ਪਰ ਕੰਜ਼ਰਵੇਟਿਵ ਪਾਰਟੀ ਵੀ ਉਹਨਾਂ ਦਾ ਆਪਣਾ ਪਲੈਟਫਾਰਮ ਆ, ਆਪਣੀ ਚੀਜ਼ ਆ, ਉਹਨੀ ਆਪੋਜੀਸ਼ਨ ਦੀ ਉਹਨਾਂ ਦੀ ਜੌਬ ਆ। ਬਟ ਆਈ ਥਿੰਕ ਓਵਰਆਲ ਜੇ ਪਾਰਟੀਆਂ ਦੇਖਣਗੀਆਂ ਉਹ ਇਹ ਕਹਿਣਗੀਆਂ ਕਿ ਇਹ ਰਾਈਟ ਬਜਟ ਫॉर ਦ ਰਾਈਟ ਟਾਈਮ ਆ। ਜੀ, ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕਰਨ ਲਈ। ਮਿਹਰਬਾਨੀ ਤੁਹਾਡੇ ਔਰ ਤੁਹਾਡੇ ਸਾਰੇ ਸਰੋਤਿਆਂ ਨੂੰ। ਸੋ ਇਹ ਸੀ ਸਾਡੇ ਨਾਲ ਰਣਦੀਪ ਸਰਾਏ ਹੁਣੀ, ਜਿਨ੍ਹਾਂ ਨੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈ ਕਿ ਖਾਸ ਕਰਕੇ BC ਵਾਸੀਆਂ ਲਈ ਤੇ ਉਹਨਾਂ ਦੇ ਆਪਣੇ ਹਲਕੇ 'ਚ ਕਿਸ ਤਰੀਕੇ ਨਾਲ ਇਸ ਬਜਟ ਵਿੱਚ ਫੋਕਸ ਕੀਤਾ ਗਿਆ। ਇਮੀਗ੍ਰੇਸ਼ਨ ਨੂੰ ਲੈ ਕੇ ਵੀ ਐਲਾਨ ਕੀਤਾ ਗਿਆ ਕਿ ਕਿਸ ਤਰੀਕੇ ਨਾਲ ਜਿਹੜਾ ਫਾਈਲ ਦਾ ਪ੍ਰੋਸੈਸਿੰਗ ਟਾਈਮ ਹੈ ਘਟਾਇਆ ਜਾਵੇ, ਤੇ ਇਸ ਔਖੇ ਸਮੇਂ 'ਚ ਲੋਕਾਂ ਦੀ ਕਿਸ ਤਰੀਕੇ ਨਾਲ ਬਾਹ ਫੜਨੀ, ਉਹਦੇ ਜਿਹੜੇ ਪ੍ਰੋਗਰਾਮ ਲਾਦੇ ਗਏ ਆ ਉਹਨਾਂ ਸੰਬੰਧੀ ਵੀ ਜਾਣਕਾਰੀ ਦਿੱਤੀ ਆ। ਸੋ ਹੋਰ ਜਿਹੜੇ ਤੁਹਾਡੇ ਸਵਾਲ ਹੋਣਗੇ ਅਸੀਂ ਲੈ ਕੇ ਇੱਥੇ ਹਾਜ਼ਰ ਹੁੰਦੇ ਰਹਾਂਗੇ। ਤੁਸੀਂ ਦੇਖਦੇ ਰਹੋ TV ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।